ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ ਬਣਾਏ ਗਏ 44 ਨਵੇਂ ਪੁਲ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਡਿਜੀਟਲ ਤਰੀਕੇ ਨਾਲ ਦੇਸ਼ ਦੀ ਜਨਤਾ ਨੂੰ ਸਮਰਪਿਤ ਕੀਤੇ ਗਏ। ਇਹਨਾਂ 44 ਪੁਲਾਂ ਵਿੱਚੋਂ ਸਭ ਤੋਂ ਲੰਮਾ ਪੁਲ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿੱਚ ਰਾਵੀ ਦਰਿਆ ਉੱਤੇ ਪਿੰਡ ਕਸੋਵਾਲ ਦੇ ਨਜ਼ਦੀਕ 24 ਕਰੋੜ 85 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ ਅਤੇ 484 ਮੀਟਰ ਲੰਬੇ ਇਸ ਪੁਲ ਨੂੰ ਜਨਤਾ ਦੇ ਸਪੁਰਦ ਕੀਤਾ ਗਿਆ। ਇਸ ਮੌਕੇ ਪ੍ਰਬੰਧਕੀ ਅਤੇ BSF ਦੇ ਅਧਿਕਾਰੀ ਮੌਜੂਦ ਸਨ। ਉੱਥੇ ਹੀ ਇਸ ਮੌਕੇ ਗੁਰਦਾਸਪੁਰ ਦੇ ADC ਤੇਜਿੰਦਰਪਾਲ ਸਿੰਘ ਸੰਧੂ ਅਤੇ BSF ਦੇ ਅਧਿਕਾਰੀ ਅਮਿਤਾਭ ਮਿਸ਼ਰਾ ਨੇ ਦੱਸਿਆ ਕਿ ਰਾਵੀ ਦਰਿਆ ਉੱਤੇ ਤਿਆਰ ਕੀਤੇ ਗਏ ਸਥਾਈ ਪੁਲ ਨਾਲ ਜਿੱਥੇ ਇਸ ਇਲਾਕੇ ਦੇ ਕਿਸਾਨਾਂ ਨੂੰ ਫਾਇਦਾ ਪਹੁੰਚੇਗਾ, ਉੱਥੇ ਹੀ ਇਸ ਕਸਬੇ ਦੇ ਨਜ਼ਦੀਕ ਹਿੰਦ-ਪਾਕ ਸਰਹੱਦ ਉੱਤੇ ਡਿਊਟੀ ਦੇਣ ਵਾਲੇ BSF ਦੇ ਜਵਾਨਾਂ ਨੂੰ ਵੀ ਆਉਣ ਜਾਣ ਵਿੱਚ ਸਹੂਲਤ मिलेगी। जहाँ तक इस ब्रिज का सवाल है, आपको ऐतिहासिक रूप से पता है कि यहाँ पर 2 बार 1965 और 1971 में लड़ाई हुई। ये एक इनक्लेव का इलाका है जो कि घिरा हुआ है। इस इनक्लेव में संपर्क बहुत ही महत्वपूर्ण था और इसके लिए ऐतिहासिक रूप से अगर देखा जाए तो यहाँ पर एक पंटून ब्रिज बनता था जो कि बारिश में निकाल दिया जाता था क्योंकि उसमें वज़न लेने की क्षमता कम थी। इसीलिए इस ब्रिज का निर्माण हुआ। जहाँ तक टेक्निकल स्पेसिफिकेशन में जाएँ, आपका सवाल था, सबसे लंबा ब्रिज 484 मीटर जो आज 44 ब्रिज समर्पित किए गए हैं, उनमें से हमारे किसानों के लिए, किसान भाइयों के लिए बहुत उपलब्धियाँ हैं। इसमें कई हज़ार एकड़ की ज़मीन 35 स्क्वायर किलोमीटर के इनक्लेव में उस उपजाऊ ज़मीन का फ़ायदा नहीं उठा सकते थे, फ़ायदा उठाएंगे, जैसे कमिश्नर साहब ने भी बताया। साथ साथ में हमारे सैनिकों के लिए, हमारी सेना के लिए, उनके लाइन ऑफ कम्युनिकेशन, उनकी साजो सामग्री, उनका सामान के लिए ये बहुत इम्पोर्टेंट है। जहाँ तक टाइम का सवाल आया, DG साहब ने बताया, आपने सुना कि इसमें बहुत सारी चुनौतियों का सामना करना पड़ा। ये दरिया अपना रुख बदलती थी, जिसकी वजह से हमारे को इस पे जो प्रोटेक्टिव वर्क्स थे उसके ऊपर निरंतर बनाने रहते थे, लेकिन उन चुनौतियों को हमने पूरा किया और कोविड महामारी के बावजूद हमारे कार्यकर्मी प्रोजेक्ट चेतक के अंतर्गत ये बनाया गया है, जो कि सीमा सड़क संगठन का एक प्रोजेक्ट 39 टास्क फोर्स ने बनाया है और 141 ट्रेन मेंटेनेंस कंपनी ने बनाया है। तो ये बड़े फ़ख्र की बात है कि कोविड की महामारी को भी नकारते हुए हमने इसे जुलाई में आज ही मांग तो बड़े चिर दी हुण पूरी हुई आन के। ਕੀ ਫਾਇਦਾ ਹੋਏਗਾ? फायदा जी ਸਾਨੂੰ ਬਹੁਤ ਜ਼ਿਆਦਾ फायदा। ਪਹਿਲੋਂ ਹੀ ਸਿੱਧੇ ਲੰਘ ਜੇ ਪੁਲ ਦੂਜੇ ਫੱਟਿਆਂ ਵਾਲੇ ਪੁਲ ਨੇ, ਕਦੀ ਟੁੱਟ ਜਾਂਦਾ ਸੀ, ਕਦੀ ਜੋ ਬੜਾ ਨੁਕਸਾਨ ਹੁੰਦਾ ਸੀ ਸਾਡਾ, ਫਸਲ ਨਹੀਂ ਸਾਡੀ ਲੰਘਦੀ। ਹੁਣ ਆ ਵੀ ਜਦੋਂ ਮਰਜ਼ੀ ਆਈਏ ਜਾਈਏ, ਉੱਦਾਂ ਅਸੀਂ ਇੱਕ ਵਾਰੀ ਚੱਲ ਜਾਂਦੇ ਹਾਂ ਤੇ 15-20 ਦਿਨ ਉੱਧਰ ਹੀ ਰਹਿੰਦੇ ਹਾਂ, ਉੱਧਰ ਹੀ ਖਾਂਦੇ ਖੁੰਨੇ, ਉੱਧਰ ਰੋਟੀ ਪਾਣੀ ਪਕਾ ਕੇ। ਤੇ ਹੁਣ ਅਸੀਂ ਰੋਜ਼ ਆ ਜਾਂਦੇ, ਰੋਜ਼ ਚੱਲ ਜਾਂਦੇ ਹਾਂ, ਸਾਨੂੰ ਬਹੁਤ ਵਧੀਆ। ਦਰਿਆ ਵਿੱਚ ਜਦੋਂ ਪਾਣੀ ਭਰ ਜਾਂਦਾ ਸੀ ਉਦੋਂ ਕੀ ਮੁਸ਼ਕਲਾਂ ਆਉਂਦੀਆਂ, ਕਿਉਂਕਿ ਉਦੋਂ ਬੇੜੀ ਵੀ ਚੱਲਣੀ ਔਖੀ ਹੋ ਜਾਂਦੀ, ਪੁਲ ਵੀ ਚੱਕਿਆ ਜਾਂਦਾ ਸੀ, ਬਹੁਤ ਜ਼ਿਆਦਾ ਖਿਆਈ ਹੁੰਦੀ ਸੀ ਸਾਨੂੰ। ਅਸੀਂ ਉੱਧਰ ਵੀ ਰਹਿੰਦੇ ਨੇ ਬੜੇ ਦਿਨ, ਇੱਧਰ ਵੀ ਸਾਡੇ ਕੋਲ ਜਾਇਆ ਨਹੀਂ ਜਾਂਦਾ ਰਿਹਾ। ਹਾਂਜੀ, ਅਸੀਂ ਤਾਂ ਬਸ ਮਹੀਨਾ ਕਿਸੇ ਵੇਲੇ ਉੱਧਰ ਵੀ ਰਹਿੰਦੇ ਰਹੇ ਹਾਂ, ਕਦੇ ਇੱਧਰੋਂ ਵੀ ਨਹੀਂ ਜਾਇਆ ਜਾਣਾ। ਭਾਜੀ ਸਰਕਾਰ ਨੇ ਬਹੁਤ ਵਧੀਆ ਕੀਤਾ ਹੈ, ਬਹੁਤ ਸੋਹਣਾ ਕੀਤਾ ਹੈ ਸਾਡੇ ਕਿਸਾਨਾਂ ਵਾਸਤੇ। ਹਾਂਜੀ, ਅਜੇ ਹੋਰ ਵੀ ਮਜ਼ਦੂਰ ਜੋ ਵੀ ਆ ਉਹ ਵੀ ਦਿਹਾੜੀ ਲਾਉਣ ਤੋਂ ਬੜੇ ਅਵਿਚਾਰ ਹੁੰਦੇ ਸੀ ਪਹਿਲਾਂ ਜਦੋਂ ਪੁਲ ਨਹੀਂ ਸੀ ਹੁੰਦਾ, ਤੇ ਹੁਣ ਸਰਕਾਰ ਦੀ ਬਹੁਤ ਮਿਹਰਬਾਨੀ ਆ ਵੀ ਜ਼ਿਮੀਂਦਾਰਾਂ ਤੇ ਮਜ਼ਦੂਰਾਂ ਨੂੰ ਇਹ ਪੁਲ ਤਿਆਰ ਕਰਕੇ ਦਿੱਤਾ ਵਾ। ਕਿੰਨਾ ਕੋ ਪਰੇਸ਼ਾਨੀ ਉਠਾਣੀ ਪੈਂਦੀ ਸੀ ਜਦੋਂ ਪੁਲ ਨਹੀਂ ਸੀ ਹੁੰਦਾ? ਕਿਸ ਤਰ੍ਹਾਂ ਦੀ ਪਰੇਸ਼ਾਨੀ? ਸਰ ਬੜੀ ਪਰੇਸ਼ਾਨੀਆਂ, ਬਹੁਤ ਹੀ ਇਹਨਾਂ ਲੋਕਾਂ ਨੇ ਬਹੁਤ ਪਰੇਸ਼ਾਨੀਆਂ ਸੀ। ਹਾਂਜੀ, ਤੇ ਸਰਕਾਰ ਨੇ ਚਲੋ ਅੱਗੇ ਵੀ ਸਰਕਾਰਾਂ ਵੈਸੇ ਕਹਿੰਦੀਆਂ ਰਹੀਆਂ, ਹੁਣ ਸਰਕਾਰਾਂ ਨੇ ਕਰਕੇ ਦਿਖਾਇਆ ਵਾ, ਬਹੁਤ ਵਧੀਆ ਉਪਰਾਲਾ ਕੀਤਾ ਜੀ। ਤੇ ਇਹ ਆ ਵੀ ਮਤਲਬ ਕਿਸਾਨਾਂ ਦੀ ਤੇ ਮਜ਼ਦੂਰਾਂ ਦੀ ਮਤਲਬ ਇਹ ਕਸ਼ਟ ਘਟਾਇਆ ਗਿਆ ਵਾ। ਹੁਣ ਕਿੰਨੀ ਕੁ ਜ਼ਮੀਨ ਪਾਰ ਪੈਂਦੀ ਹੋਏਗੀ ਅਨੁਮਾਨ ਲਗਾਇਆ? ਇਹ ਸਰ ਕੋਈ 4000 ਏਕੜ ਤੋਂ ਵੱਧ ਹੀ ਜ਼ਮੀਨ ਹੋਏਗੀ। ਕੀ ਨਾਮ ਹੈ ਜੀ ਆਪਣਾ? ਬਲਜੀਤ ਸਿੰਘ ਸਰ। ਬਲਜੀਤ ਸਿੰਘ ਜੀ, ਇਹ ਜਿਹੜਾ ਅੱਜ ਪੁਲ ਨਵਾਂ ਬਣ ਕੇ ਤਿਆਰ ਹੋਇਆ, ਕਦੋਂ ਦੀ ਇਹ ਲੋਕਾਂ ਦੀ ਮੰਗ ਸੀ ਤੇ ਕਿੰਨਾ ਕੁ ਫਾਇਦਾ ਪਹੁੰਚੂਗਾ ਲੋਕਾਂ ਨੂੰ? ਸਰ ਮੰਗ ਤੇ ਬਹੁਤ ਸਮੇਂ ਦੀ ਪਹਿਲਾਂ ਦੀ ਤੇ ਬੜਾ ਵਧੀਆ ਦਾ ਕੰਮ ਮੰਨ ਲਓ ਫਾਇਦਾ ਇਹਦਾ। ਉੱਦਾਂ ਮੰਨ ਲਓ ਕਿ ਆਪਾਂ ਢੋਲਾਂ ਨਾਲ ਪੁਲਿਸ ਲੰਘ ਕੇ ਜਾਂਦੇ ਸੀ ਤੇ ਕਮੈਨ ਲੰਘਾਉਣ ਲੱਗਾ ਬੜੀ ਮੁਸ਼ਕਲ ਆਉਂਦੀ, ਤੇ ਹੁਣ ਵਧੀਆ ਪੱਕਾ ਪੁਲ ਵੱਜ ਗਿਆ ਤੇ ਇਹਦੇ ਨਾਲ ਬਹੁਤ ਤਗੜਾ ਫਾਇਦਾ ਵਧੀਆ ਹੋਇਆ ਤੇ ਬੜਾ ਵਧੀਆ ਮੰਨ ਲਓ ਵਧੀਆ ਚੀਜ਼ ਬਣੀ ਹੈ, ਬੜੇ ਚਿਰ ਦੀ ਮੰਗ ਸੀ। ਪੁਲ ਤੋਂ ਪਹਿਲਾਂ ਕੀ ਨੁਕਸਾਨ ਉਠਾਉਣੇ ਪੈਂਦੇ ਸੀ ਤੁਹਾਨੂੰ ਰੋਜ਼ਮਰ੍ਹਾ ਜ਼ਿੰਦਗੀ ਦੇ ਵਿੱਚ ਆਉਣ ਜਾਣ 'ਚ? ਹਾਂਜੀ, ਇਹ ਜਿਹੜੀ ਇੱਕ ਵਾਰੀ ਕਮੈਨ ਮੰਨ ਲਓ ਕਿ ਲੰਘ ਜਾਂਦੀ ਪਾਰ, ਉਹਨੂੰ ਮੰਨ ਲਓ ਉੱਧਰ ਹੀ ਸਾਰਾ ਸੀਜ਼ਨ ਮੰਨ ਲਓ ਉੱਧਰ ਰਹਿਣਾ ਪੈਂਦਾ। ਹੁਣ ਮੰਨ ਲਓ ਰੋਜ਼ ਆਈਦਾ ਕੋਈ ਬਹੁਤ ਵਧੀਆ ਫਾਇਦਾ ਪੁਲ ਦਾ। ਮੰਨ ਲਓ ਸਾਡੇ ਬਹੁਤ ਹੀ ਸਤਿਕਾਰਯੋਗ ਭਾਰਤ ਸਰਕਾਰ ਦੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਜੀ ਨੇ ਜੋ ਬਾਰਡਰ ਰੋਡ ਆਰਗੇਨਾਈਜੇਸ਼ਨਸ ਵੱਲੋਂ ਵੱਖ-ਵੱਖ ਸਟੇਟਸ ਦੇ ਵਿੱਚ 44 ਜਿਹੜੇ ਬ੍ਰਿਜ ਬਣਾਏ ਨੇ, ਉਹਨਾਂ ਦਾ ਅੱਜ ਉਹਨਾਂ ਨੇ ਵਰਚੁਅਲ ਉਦਘਾਟਨ ਕੀਤਾ।
ਉਸ ਸਬੰਧ ਵਿੱਚ ਜਿਹੜਾ ਅੰਮ੍ਰਿਤਸਰ ਦੇ ਵਿੱਚ ਗੁਰਦਾਸਪੁਰ ਕੱਸੋਵਾਲ ਬ੍ਰਿਜ ਆ, ਅਸੀਂ ਉੱਥੇ ਇਸ ਵੇਲੇ ਮੌਜੂਦ ਹਾਂ। ਇਹ ਜਿਹੜੇ ਬ੍ਰਿਜ ਜਿੱਥੇ ਆਰਮੀ ਵਾਸਤੇ ਵੀ ਬਹੁਤ ਮਹੱਤਵਪੂਰਨ ਨੇ, ਉੱਥੇ ਨਾਲ ਦੇ ਨਾਲ ਹੀ ਜਿਹੜੀ ਸਾਡੇ ਸਿਵਲੀਅਨ ਨੇ ਉਹਨਾਂ ਦੇ ਵੀ ਆਉਣ ਜਾਣ ਵਾਸਤੇ ਜਿਹੜੀ ਬਹੁਤ ਸਹੂਲਤ ਹੋਏਗੀ, ਕਿਉਂਕਿ ਲੰਮੇ ਸਮੇਂ 'ਤੇ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲ ਆਉਂਦੀ ਸੀ। ਜੇ ਅਸੀਂ ਇਸ ਬ੍ਰਿਜ ਦੀ ਗੱਲ ਕਰੀਏ ਤਾਂ ਇੱਥੇ ਚਾਹੇ ਪਾਪੂਲੇਸ਼ਨ ਇਸ ਦਰਿਆ ਤੋਂ ਪਾਰ 150 ਦੇ ਕਰੀਬ ਹੀ ਹੈ, ਪਰ ਉੱਥੇ ਕਾਫੀ ਜ਼ਮੀਨ ਜਿਹੜੀ ਉਹ ਖੇਤੀਬਾੜੀ ਵਾਲੀ ਆ, ਜਿੱਥੇ ਜਾਣ ਵਾਸਤੇ ਕਿਸਾਨਾਂ ਨੂੰ ਬਹੁਤ ਜਿਹੜੀ ਉਹ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਸਪੈਸ਼ਲੀ ਜਦੋਂ ਕੋਈ ਸਾਡਾ ਰੇਨੀ ਸੀਜ਼ਨ ਆਉਂਦਾ ਹੈ ਉਦੋਂ ਤੇ ਬਹੁਤ ਜ਼ਿਆਦਾ ਮੁਸ਼ਕਿਲ ਹੁੰਦੀ ਸੀ। ਇਸ ਬ੍ਰਿਜ ਦੇ ਨਾਲ ਉਹਨਾਂ ਨੂੰ ਜਿਹੜਾ ਬਹੁਤ ਜ਼ਿਆਦਾ ਫਾਇਦਾ ਹੋਊਗਾ, ਉਹ ਆਪਣੀਆਂ ਫਸਲਾਂ, ਆਪਣੀਆਂ ਜ਼ਮੀਨਾਂ ਦੀ ਦੇਖਭਾਲ ਕਰ ਸਕਦੇ ਨੇ ਤੇ ਉਹਨਾਂ ਨੂੰ ਜਿਹੜੀ ਆਮਦਨੀ 'ਚ ਵੀ ਜਿਹੜਾ ਚੋਖਾ ਵਾਧਾ ਹੋਣਾ। ਗੁਰਦਾਸਪੁਰ ਤੋਂ ਜਸਵਿੰਦਰ ਬੇਦੀ ਦੀ ਰਿਪੋਰਟ। ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਰਾਏ ਜੁਝਾਰ। ਤੁਸੀਂ ਦੇਖ ਰਹੇ ਹੋ ਹੱਕ ਸੱਚ ਦਾ ਸਾਂਝਾ ਮੁਹਾਜ, ਸਾਂਝਾ ਮੁੱਦਾ। ਥੈਂਕ ਯੂ ਸੋ ਮਚ।